ਹੈਲੋ ਫਰੈਂਡਸ, ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਬਾਰੇ। ਸੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਵਿੱਚ ਆਪਾਂ ਕੀ ਦੇਖਿਆ ਕਿ ਅਗਰ ਆਪਾਂ ਇੱਕ ਕੰਡਕਟਰ ਲੈ ਕੇ ਉਹਨੂੰ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰੀਏ ਔਰ ਉਸ ਤੋਂ ਬਾਅਦ ਕੀ ਹੈ ਉਹਨੂੰ ਆਪਾਂ ਮੂਵ ਕਰਵਾਈਏ, ਦੈਨ ਮੂਵ ਕਰਨ ਦੇ ਨਾਲ ਕੀ ਹੈ ਉਹਦੇ ਵਿੱਚ ਇੰਡਿਊਸ ਕਰੰਟ ਕੀ ਹੈ ਪ੍ਰੋਡਿਊਸ ਹੁੰਦਾ ਹੈ। ਜਾਂ ਫਿਰ ਦੂਸਰੀ ਚੀਜ਼ ਆਪਾਂ ਕੀ ਕਰ ਸਕਦੇ ਹਾਂ ਕਿ ਆਪਾਂ ਕੰਡਕਟਰ ਨੂੰ ਮੈਗਨੈਟਿਕ ਫੀਲਡ ਵਿੱਚ ਰੱਖਿਆ ਔਰ ਉਸ ਤੋਂ ਬਾਅਦ ਕੀ ਹੈ ਜੋ ਮੈਗਨੈਟਿਕ ਫੀਲਡ ਹੈ ਉਹਨੂੰ ਆਪਾਂ ਚੇਂਜ ਕਰੀਏ ਜਾਂ ਫਿਰ ਵੇਰੀ ਕਰੀਏ। ਇਸ ਤਰ੍ਹਾਂ ਕਰਨ ਦੇ ਨਾਲ ਵੀ ਕੀ ਹੈ ਜੋ ਕੰਡਕਟਰ ਹੈ ਉਹਦੇ ਵਿੱਚ ਇੰਡਿਊਸ ਕਰੰਟ ਕੀ ਹੈ ਪੈਦਾ ਹੋਏਗਾ। ਸੋ ਇਹਦੇ ਨਾਲ ਹੀ ਆਪਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਤੋਂ ਬਾਅਦ ਆਪਾਂ ਦੇਖਿਆ ਕਿ ਆਪਾਂ ਉਸ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਨੂੰ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਸੋ ਜੋ ਇੰਡਿਊਸ ਕਰੰਟ ਪੈਦਾ ਹੋ ਰਿਹਾ ਹੈ ਇਨ ਦਾ ਕੰਡਕਟਰ, ਸੋ ਦੀ ਡਾਇਰੈਕਸ਼ਨ ਨੂੰ ਫਾਈਂਡ ਆਊਟ ਕਰਨ ਦੇ ਲਈ ਆਪਾਂ ਇੱਕ ਰੂਲ ਪੜ੍ਹਿਆ ਸੀ ਔਰ ਰੂਲ ਦਾ ਨਾਮ ਸੀ ਫਲੈਮਿੰਗਸ ਰਾਈਟ ਹੈਂਡ ਰੂਲ। ਸੋ ਉਹ ਰੂਲ ਵੀ ਕੀ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਾਲ ਹੀ ਰਿਲੇਟਡ ਹੈ। ਨੈਕਸਟ ਹੁਣ ਜਿਹੜਾ ਆਪਾਂ ਟੌਪਿਕ ਅੱਜ ਸਟਾਰਟ ਕਰਨ ਜਾ ਰਹੇ ਹਾਂ ਉਹ ਵੀ ਕੀ ਹੈ, ਦੈਟ ਇਜ਼ ਆਲਸੋ ਬੇਸਡ ਔਨ ਦ ਫਿਨੋਮੀਨਾ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਔਰ ਉਸ ਟੌਪਿਕ ਦਾ ਨਾਮ ਹੈ ਇਲੈਕਟ੍ਰਿਕ ਜਨਰੇਟਰ। इलेक्ट्रिक जनरेटर। सो अकॉर्डिंग टू द फिनोमिना ऑफ इलैक्ट्रोमैग्नेटिक इंडक्शन ਆਪਾਂ ਦੇਖਿਆ ਕਿ ਕੰਡਕਟਰ ਦੇ ਵਿੱਚ ਇੰਡਿਊਸ ਕਰੰਟ ਪੈਦਾ ਹੋ ਰਿਹਾ ਹੈ ਜਦੋਂ ਆਪਾਂ ਉਹਨੂੰ ਇੱਕ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਵਾਈਏ ਜਾਂ ਫਿਰ ਆਪਾਂ ਕੰਡਕਟਰ ਨੂੰ ਇੱਕ ਮੈਗਨੈਟਿਕ ਫੀਲਡ 'ਚ ਰੱਖਿਆ ਔਰ ਮੈਗਨੈਟਿਕ ਫੀਲਡ ਕੀ ਹੈ ਵੇਰੀ ਹੋ ਰਹੀ ਹੈ, ਦੈਨ ਉਦੋਂ ਵੀ ਕੀ ਹੈ ਇੰਡਿਊਸ ਕਰੰਟ ਪੈਦਾ ਹੋ ਰਿਹਾ ਸੀ। ਲੇਕਿਨ ਜੋ ਇੰਡਿਊਸ ਕਰੰਟ ਪ੍ਰੋਡਿਊਸ ਹੋ ਰਿਹਾ ਸੀ ਉਹਦੀ ਜੋ ਕੁਆਂਟਿਟੀ ਹੈ ਉਹ ਕੀ ਸੀ, ਬਹੁਤ ਘੱਟ ਸੀ। ਸੋ ਅ ਵੈਰੀ ਸਮॉल ਅਮਾਊਂਟ ਆਫ ਕਰੰਟ ਉਹ ਕੀ ਹੈ ਪ੍ਰੋਡਿਊਸ ਹੋ ਰਿਹਾ ਸੀ। ਲੇਕਿਨ ਆਪਾਂ ਸੇਮ ਫਿਨੋਮੀਨਾ ਦੈਟ ਇਜ਼ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਹੀ ਫਿਨੋਮੀਨਾ ਯੂਜ਼ ਕਰਕੇ ਆਪਾਂ ਲਾਰਜ ਅਮਾਊਂਟ ਆਫ ਕਰੰਟ ਵੀ ਹੈ ਪ੍ਰੋਡਿਊਸ ਕਰਵਾ ਸਕਦੇ ਹਾਂ। ਸੋ ਲਾਰਜ ਅਮਾਊਂਟ ਆਫ ਕਰੰਟ ਕਿੱਥੇ ਰਿਕੁਆਇਰਡ ਹੁੰਦਾ ਹੈ, ਜਿਵੇਂ ਆਪਣੇ ਘਰਾਂ ਦੇ ਵਿੱਚ ਅਲੱਗ-ਅਲੱਗ ਅਪਲਾਇੰਸਿਸ ਦੇ ਲਈ ਜ਼ਰੂਰਤ ਹੈ ਲਾਰਜ ਅਮਾਊਂਟ ਆਫ ਕਰੰਟ ਦੀ, ਉਸੇ ਤਰ੍ਹਾਂ ਜਾਂ ਫਿਰ ਇੰਡਸਟਰੀ ਪਰਪਸਿਸ ਦੇ ਲਈ ਵੀ ਕੀ ਹੈ ਆਪਾਂ ਨੂੰ ਲਾਰਜ ਅਮਾਊਂਟ ਆਫ ਕਰੰਟ ਦੀ ਜ਼ਰੂਰਤ ਹੁੰਦੀ ਹੈ। ਸੋ ਆਪਾਂ ਸੇਮ ਹੀ ਫਿਨੋਮੀਨਾ ਇਲੈਕਟ੍ਰਿਕ ਜਨਰੇਟਰ ਦੇ ਵਿੱਚ ਪੜਾਂਗੇ, ਦੈਟ ਇਜ਼ ਦ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਹੁਣ ਇਲੈਕਟ੍ਰਿਕ ਜਨਰੇਟਰ ਕੀ ਹੈ, ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਆਪਾਂ ਜਨਰੇਟਰ ਕਿਸ ਚੀਜ਼ ਲਈ ਯੂਜ਼ ਕਰਦੇ ਹਾਂ, ਟੂ ਹੈਵ ਦ ਇਲੈਕਟ੍ਰਿਸਿਟੀ, ਮਤਲਬ ਉਹਦੇ ਤੋਂ ਆਪਾਂ ਨੂੰ ਇਲੈਕਟ੍ਰਿਕ ਕਰੰਟ ਮਿਲਦਾ ਹੈ। ਸੋ ਇਲੈਕਟ੍ਰਿਕ ਜਨਰੇਟਰ ਨੂੰ ਆਪਾਂ ਕਿੱਦਾਂ ਡਿਫਾਈਨ ਕਰਾਂਗੇ, ਜਿਸ ਤਰ੍ਹਾਂ ਆਪਾਂ ਮੋਟਰ ਦੇ ਵਿੱਚ ਗੱਲ ਕੀਤੀ ਸੀ। ਸੋ ਮੋਟਰ ਦੇ ਵਿੱਚ ਆਪਾਂ ਕੀ ਕਰਦੇ ਸੀਗੇ, ਜੋ ਮੋਟਰ ਦੇ ਵਿੱਚ ਚੀਜ਼ ਹੋ ਰਹੀ ਸੀ ਬਿਲਕੁਲ ਆਪੋਜ਼ਿਟ ਚੀਜ਼ ਆਪਾਂ ਹੁਣ ਜਨਰੇਟਰ ਦੇ ਵਿੱਚ ਸਟੱਡੀ ਕਰਾਂਗੇ। ਇਨ ਦਿਸ ਕੇਸ ਆਪਾਂ ਕੀ ਕਰ ਰਹੇ ਹਾਂ, ਵੀ ਵਿਲ ਯੂਜ਼ ਮਕੈਨੀਕਲ ਐਨਰਜੀ ਨੂੰ ਯੂਜ਼ ਕਰਕੇ ਆਪਾਂ ਉਹਨੂੰ ਕਨਵਰਟ ਕਰਾਂਗੇ ਇਨਟੂ ਦ ਇਲੈਕਟ੍ਰੀਕਲ ਐਨਰਜੀ। ਸੋ ਮਕੈਨੀਕਲ ਐਨਰਜੀ ਮੀਨਸ ਆਪਾਂ ਕੀ ਹੈ ਕੋਈ ਬੋਡੀ ਪਾਰਟ ਮਸ਼ੀਨ ਦਾ ਜੋ ਹੈ ਮਸ਼ੀਨ ਦੀ ਬੋਡੀ ਦਾ ਕੋਈ ਪਾਰਟ ਮੂਵ ਕਰਵਾਵਾਂਗੇ ਯੂਜ਼ਿੰਗ ਦ ਮਕੈਨੀਕਲ ਐਨਰਜੀ ਔਰ ਉਹ ਐਨਰਜੀ ਕਿਹਦੇ ਵਿੱਚ ਕਨਵਰਟ ਹੋਏਗੀ ਇਨਟੂ ਦ ਇਲੈਕਟ੍ਰੀਕਲ ਐਨਰਜੀ ਔਰ ਉਹੀ ਐਨਰਜੀ ਆਪਾਂ ਨੂੰ ਕੀ ਹੈ ਥਰੂ ਦ ਜਨਰੇਟਰ ਆਪਾਂ ਨੂੰ ਮਿਲ ਰਹੀ ਹੈ। ਸੋ ਅਗਰ ਇਹਨੂੰ ਡਿਫਾਈਨ ਕਰਨਾ ਹੋਵੇ ਕਿ ਜਨਰੇਟਰ ਕੀ ਚੀਜ਼ ਹੈ, ਸੋ ਆਪਾਂ ਲਿਖ ਸਕਦੇ ਹਾਂ डिफाइन, या वैसे ही अगर दसना हो इलैक्ट्रिक जनरेटर की हो रहा है या की फिनोमिना यूज होएगा। सो इन इलैक्ट्रिक जनरेटर मैकेनिकल एनर्जी is used to move the conductor in the magnetic field and is converted into the electrical energy। So in an electric generator mechanical energy is used to move the conductor in the magnetic field। सो ਆਪਾਂ जो कंडक्टर ਨੂੰ मैग्नेटिक फील्ड 'ਚ प्लेस ਕੀਤਾ ਉਹਨੂੰ मूव करवाਉਣ ਦੇ ਲਈ ਆਪਾਂ ਕੀ यूज़ ਕਰਾਂਗੇ मैकेनिकल एनर्जी and is converted, ਜਾਂ ਇੱਥੇ ਮੈਂਸ਼ਨ ਵੀ ਕਰ ਸਕਦੇ ਹਾਂ and that energy is converted into the electrical energy। ਸੋ ਆਪਾਂ ਨੂੰ ਜਿਹੜੀ ਆਊਟਪੁੱਟ ਮਿਲੇਗੀ ਉਹ ਕੀ ਮਿਲੇਗੀ, that is the electrical energy। ਜਾਂ ਫਿਰ ਸਿੰਪਲੀ ਅਗਰ ਆਪਾਂ ਗੱਲ ਕਰਨੀ ਹੋਵੇ we will get in output, ਸੋ ਆਪਾਂ ਨੂੰ ਕਰੰਟ ਮਿਲੇਗਾ ਆਊਟਪੁੱਟ ਦੇ ਵਿੱਚ। ਸੋ ਇਹ ਹੈ ਆਪਣਾ ਇਲੈਕਟ੍ਰਿਕ ਜਨਰੇਟਰ। ਹੁਣ ਇਹਦੀ ਵਰਕਿੰਗ ਦੀ ਗੱਲਬਾਤ ਕਰਨ ਤੋਂ ਪਹਿਲੇ ਆਪਾਂ ਕੰਸਟਰਕਸ਼ਨ ਦੇਖੀਏ ਕਿ ਇਲੈਕਟ੍ਰਿਕ ਜਨਰੇਟਰ ਦੀ ਕੰਸਟਰਕਸ਼ਨ ਦੇ ਵਿੱਚ ਕਿਹੜੇ-ਕਿਹੜੇ ਡਿਫਰੈਂਟ ਪਾਰਟਸ ਹੁੰਦੇ ਹਨ।
सो पहले मैं दी डायग्राम शो करांगी इत्थे। सो इन केस ऑफ इलैक्ट्रिक जनरेटर पहले पोल्स शो करांगी ऑफ अ परमानेंट मैग्नेट। सो इफ दिस इज नॉर्थ, उसी तरह एक साउथ पोल, सो परमानेंट मैगनेट ਦੇ ਮੈਂ 2 पोल्स शो ਕੀਤੇ ਹਨ सो दैट कि ਆਪਾਂ ਨੂੰ ਇਹਨਾਂ ਤੋਂ ਕੀ ਹੈ ਮੈਗਨੈਟਿਕ ਫੀਲਡ ਮਿਲ ਸਕੇ। ਦੈਨ ਆਪਾਂ ਕੀ ਕਰਨਾ ਹੈ, ਇੱਕ ਕੰਡਕਟਰ ਨੂੰ ਪਲੇਸ ਕਰਨਾ ਹੈ ਇਨ ਬਿਟਵੀਨ ਦਿਸ ਮੈਗਨੈਟਿਕ ਫੀਲਡ। ਸੋ ਮੈਂ ਇੱਕ ਕੰਡਕਟਰ ਡਰਾ ਕਰ ਰਹੀ ਹਾਂ। ਸੋ ਲੈਟ ਅਸ ਸਪੋਜ਼ ਦਾ ਕੰਡਕਟਰ ਹੈ ਆਪਣੇ ਕੋਲ, ਇੱਕ ਕੋਇਲ ਹੈ in the form of rectangle। ਸੋ ਆਪਾਂ ਨੂੰ ਰੈਕਟੈਂਗੂਲਰ ਕੋਇਲ ਬੋਲਾਂਗੇ। सिमिलरली काफ़ी हद तक जो इसकी कंस्ट्रक्शन है मोटर के नाल ही की है आप रिलेट कर सकते हाँ। दैन एक्सल, एक्सल दे उपर आप की है 2 रिंग्स शो करांगे। सो मोटर ਦੇ ਵਿੱਚ ਆਪਾਂ ਕੀ ਹੈ ਸਪਲਿਟ ਰਿੰਗਸ ਦੀ ਗੱਲ ਕੀਤੀ ਸੀ, ਲੇਕਿਨ ਇੱਥੇ ਕੀ ਹੈ ਆਪਾਂ ਕੰਪਲੀਟ ਰਿੰਗਸ ਸ਼ੋ ਕਰ ਰਹੇ ਹਾਂ। सो एक ही है फर्स्ट रिंग, उसी तरह एक और रिंग आएगी। सो दिस इज सेकेंड रिंग। दैन नाल दी नाल ब्रशेस शो करिए। सो मान लो दिस इज ब्रश B1 और एक ब्रश आप इधर शो करांगे। दैन हुण आपां की है कॉइल दे दोनों एंड्स नू जॉइन करना है विद द रिंग्स। सो इत्थों जिहड़ा कॉइल दा एक एंड अपने कोल आ रहा है उन्होंने मैं अटैच कर रही हाँ विद द रिंग। सिमिलरली दिस एंड इनू सेकेंड रिंग दे नाल। ओके दैन ब्रशेस तो आपां की है कनैक्शन नू कंप्लीट करन दे लई नीचे आपां सोर्स ऑफ बैटरी जॉइन करांगे। सो नीचे कनैक्शन लिया आपां दोनों ब्रशेस तो। सो आप इन्हां दे नेम्स दे दईए। इफ दिस इज ब्रश B1, दिस इज ब्रश B2। सिमिलरली अगर रिंग्स नू भी नेम देना होवे रिंग R1 एंड रिंग R2 एंड दिस इज द एक्सल और नीचे आपां शो करांगे बैटरी। ओके आप बैटरी शो कर रहे सी इन केस ऑफ मोटर। सो मोटर ਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਸੀਗਾ, ਆਪਾਂ ਇਲੈਕਟ੍ਰੀਕਲ એનર્ਜੀ ਨੂੰ ਕਨਵਰਟ ਕਰ ਰਹੇ ਸੀ ਮਕੈਨੀਕਲ એનર્ਜੀ ਦੇ ਵਿੱਚ। ਲੇਕਿਨ ਇੱਥੇ ਹੁਣ ਇੱਕ ਵਾਰ ਦਿਮਾਗ ਦੇ ਵਿੱਚ ਕਨਫਿਊਜ਼ਨ ਆਏਗਾ ਤੁਹਾਡੇ ਕਿ ਇੱਥੇ ਆਪਾਂ ਕੀ ਡਰਾ ਕਰਨਾ ਹੈ। ਲੇਕਿਨ ਵੀ ਨੋ ਕਿ ਆਪਾਂ ਮਕੈਨੀਕਲ એનર્ਜੀ ਨੂੰ ਯੂਜ਼ ਕਰ ਰਹੇ ਹਾਂ, ਉਹਨੂੰ ਯੂਜ਼ ਕਰਕੇ ਆਪਾਂ ਕਨਵਰਟ ਕਰ ਰਹੇ ਹਾਂ ਇਲੈਕਟ੍ਰੀਕਲ એનર્ਜੀ ਦੇ ਵਿੱਚ। ਸੋ ਇਲੈਕਟ੍ਰੀਕਲ એનર્ਜੀ ਨੂੰ ਨੋਟ ਕਰਨ ਦੇ ਲਈ ਜਾਂ ਚੈੱਕ ਕਰਨ ਦੇ ਲਈ ਕਿ ਕਰੰਟ ਹੈ ਜਾਂ ਨਹੀਂ ਹੈ, ਉਹਦੇ ਲਈ ਆਪਾਂ ਜੋ ਇਨਸਟਰੂਮੈਂਟ ਯੂਜ਼ ਕਰਦੇ ਹਾਂ ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਗੈਲਵਾਨੋਮੀਟਰ। ਸੋ ਇਨ ਦਿਸ ਕੇਸ अदर दैन इलैक्ट्रिक मोटर आप बैटरी यूज़ कर रहे टू प्रोवाइड द इलैक्ट्रिकल एनर्जी। ये आप की इलैक्ट्रिकल एनर्जी चेक करनी है, डिटेक्ट करनी है। दैट इज़ वाई इत्थे मैं की ड्रॉ करांगी एक गैल्वानोमीटर। सो सपोज दिस इज अ गैल्वानोमीटर G और ऊपर की होएगी नीडल जो आपको डिफ्लैक्शन देगी और उसी डिफ्लैक्शन को देख के आप दस सकते हाँ कि सर्किट दे विच कोई करंट है या फिर नहीं है। ओके सो ये सी अपनी जनरल बेसिक जी कंस्ट्रक्शन। हुण कंस्ट्रक्शन की गल करिए कि कंस्ट्रक्शन दे विच किहड़े-किहड़े पार्ट्स आप ड्रॉ कीते हैं।
ਸੋ ਫਰਸਟ ਆਫ ਆਲ ਤਾਂ ਮੈਂ ਦੱਸਿਆ ਕਿ ਆਪਣੇ ਕੋਲ ਕੀ ਹੈ, ਦੋ ਪੋਲਸ ਹਨ ਆਫ ਅ ਸਟਰੋਂਗ ਪਰਮਾਨੈਂਟ ਮੈਗਨੇਟ, ਸੋ ਨਾਰਥ ਐਂਡ ਸਾਊਥ। ਪਲੱਸ ਜੋ ਆਪਾਂ ਦੋ ਪੋਲਸ ਯੂਜ਼ ਕਰ ਰਹੇ ਹਾਂ ਉਹ ਆਪਾਂ ਕੀ ਹੈ, ਬਿਲਕੁਲ ਸਟ੍ਰੇਟ ਨਹੀਂ ਯੂਜ਼ ਕਰਦੇ, ਉਹ ਕੀ ਹੁੰਦੇ ਹਨ, ਕਰਵਡ ਇਨ ਸ਼ੇਪ। ਸੋ ਜਿਹੜੇ ਦੋਨੋਂ ਪੋਲ ਪੀਸਿਸ ਹਨ ਦੇ ਆਰ ਕਰਵਡ ਇਨ ਸ਼ੇਪ। ਕਰਵਡ ਕਿਉਂ ਲੈਂਦੇ ਹਾਂ, ਬਿਕੋਜ਼ ਕਰਵਡ ਪੋਲ ਮੈਗਨੈਟਿਕ ਪੀਸਿਸ, ਪੋਲ ਪੀਸਿਸ ਆਫ ਮੈਗਨੇਟ, ਦੇ ਪ੍ਰੋਵਾਈਡ ਰੇਡੀਅਲ ਮੈਗਨੈਟਿਕ ਫੀਲਡ। ਸੋ ਇਹ ਆਪਾਂ ਨੂੰ ਯਾਦ ਰੱਖਣਾ ਹੈ ਕਿ ਜਦੋਂ ਆਪਾਂ ਕਰਵਡ ਪੋਲ ਪੀਸਿਸ ਯੂਜ਼ ਕਰਾਂਗੇ ਉਹਦੇ ਨਾਲ ਆਪਾਂ ਨੂੰ ਕੀ ਮਿਲਦੀ ਹੈ, ਰੇਡੀਅਲ ਮੈਗਨੈਟਿਕ ਫੀਲਡ। ਹੁਣ ਰੇਡੀਅਲ ਮੈਗਨੈਟਿਕ ਫੀਲਡ ਦਾ ਕੀ ਮਤਲਬ ਹੈ, ਉਹ ਫੀਲਡ ਜਿਹੜੀ ਹਮੇਸ਼ਾ ਕੀ ਹੈ, ਕੰਡਕਟਰ ਦੇ ਨਾਲ ਕੀ ਰਹੇਗੀ, ਸੋ ਦੈਟ ਕਿ ਜੋ ਕੰਡਕਟਰ ਦੇ ਥਰੂ ਜਿਹੜਾ ਕਰੰਟ ਪਾਸ ਹੋ ਰਿਹਾ ਹੈ ਔਰ ਜਿਹੜੀ ਮੈਗਨੈਟਿਕ ਫੀਲਡ ਹੈ ਆਪਸ ਦੇ ਵਿੱਚ ਜੋ ਉਹਨਾਂ ਦਾ ਐਂਗਲ ਰਹੇਗਾ ਉਹ ਕੀ ਰਹੇਗਾ, 90 ਡਿਗਰੀਜ਼ ਰਹੇਗਾ। ਸੋ ਦੈਟ ਇਜ਼ ਵਾਈ ਆਪਾਂ ਕੀ ਹੈ ਜੋ ਯੂਜ਼ ਕਰ ਰਹੇ ਹਾਂ ਪੋਲ ਪੀਸਿਸ, ਆਪਾਂ ਕਰਵਡ ਪੋਲ ਪੀਸਿਸ ਯੂਜ਼ ਕਰ ਰਹੇ ਹਾਂ ਇੱਥੇ। ਦੈਨ ਆਪਾਂ ਸੇਮ ਜਿਵੇਂ ਕਿ ਮੋਟਰ ਦੇ ਵਿੱਚ ਵੀ ਆਪਾਂ ਇੱਕ ਰੈਕਟੈਂਗੂਲਰ ਕੋਇਲ ਯੂਜ਼ ਕੀਤਾ ਸੀ, ਅਗੇਨ ਇੱਥੇ ਵੀ ਆਪਾਂ ਕੀ ਹੈ ABCD ਇੱਕ ਰੈਕਟੈਂਗੂਲਰ ਕੋਇਲ ਯੂਜ਼ ਕੀਤਾ ਹੈ। ਸੋ AB ਆਰਮ ਨੂੰ ਮੈਂਸ਼ਨ ਕੀਤਾ ਹੈ, ਨਾਲ ਦੀ ਨਾਲ CD ਆਰਮ। ਦੈਨ ਐਕਸਲ ਕੀ ਹੈ, ਹੁਣ ਜੋ ਇਹਦੀਆਂ ਦੋਨੋਂ ਐਂਡਸ ਹਨ ਕੋਇਲ ਦੇ ਦੋਨੋਂ ਐਂਡਸ ਉਹਨਾਂ ਨੂੰ ਆਪਾਂ ਜੁਆਇਨ ਕੀਤਾ ਹੈ ਵਿਦ R1 ਐਂਡ R2। ਹੁਣ ਇਸ ਕੇਸ ਵਿੱਚ ਆਪਾਂ ਸਪਲਿਟ ਰਿੰਗਸ ਨਹੀਂ ਲੈ ਰਹੇ, ਸੋ ਇਹ ਕੀ ਹਨ, ਦੋ ਕੰਪਲੀਟ ਰਿੰਗਸ ਹਨ R1 ਔਰ R2। ਪਲੱਸ ਇਹ ਵੀ ਧਿਆਨ ਰੱਖਾਂਗੇ ਕਿ ਜੋ ਐਂਡਸ ਹਨ ਇਹਨਾਂ ਨੂੰ ਆਪਾਂ ਜੁਆਇਨ ਕਰਵਾ ਰਹੇ ਹਾਂ ਟੂ ਦ ਰਿੰਗਸ, ਨਾਟ ਟੂ ਦ ਬ੍ਰਸ਼ਿਸ। ਮਤਲਬ ਜਿਹੜਾ ਕਨੈਕਸ਼ਨ ਆਪਾਂ ਦੇਣਾ ਹੈ ਆਪਾਂ ਕੀ ਹੈ, ਰਿੰਗ ਦੇ ਨਾਲ ਅਟੈਚ ਕਰਵਾਵਾਂਗੇ, ਬ੍ਰਸ਼ ਦੇ ਨਾਲ ਨਹੀਂ ਅਟੈਚ ਕਰਵਾਉਣਾ। ਹੁਣ ਰਿੰਗਸ ਕੀ ਹਨ, ਰਿੰਗ ਕੀ ਹੈ, ਜਨਰਲੀ ਜੋ ਇਹਨਾਂ ਦਾ ਮਟੀਰੀਅਲ ਹੁੰਦਾ ਹੈ ਉਹ ਕਾਪਰ ਜਾਂ ਫਿਰ ਬ੍ਰਾਸ, ਕਾਪਰ ਜਾਂ ਬ੍ਰਾਸ ਮਟੀਰੀਅਲ ਦੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਸੋ ਇਹਨਾਂ ਨੂੰ ਆਪਾਂ ਇਨ ਕੇਸ ਆਫ ਇਲੈਕਟ੍ਰਿਕ ਮੋਟਰ ਕੀ ਬੋਲ ਰਹੇ ਸੀਗੇ, ਦੇ ਆਰ ਕਾਲਡ ਕਮਿਊਟੇਟਰ। ਸੋ ਕਮਿਊਟੇਟਰ ਆਪਾਂ ਉੱਥੇ ਡਿਫਾਈਨ ਕੀਤਾ ਸੀ, ਕਮਿਊਟੇਟਰ ਸੋ ਦੈਟ ਹੈਲਪ ਦ ਕਰੰਟ ਟੂ ਚੇਂਜ ਇਟਸ ਡਾਇਰੈਕਸ਼ਨ ਇਨ ਦ ਸਰਕਟ। ਸੋ ਸਰਕਟ ਦੇ ਵਿੱਚ ਜਦੋਂ ਕਰੰਟ ਦੀ ਡਾਇਰੈਕਸ਼ਨ ਨੂੰ ਚੇਂਜ ਕਰਨਾ ਹੋਵੇ ਦੈਨ ਕਿਹੜਾ ਡਿਵਾਈਸ ਯੂਜ਼ ਕਰਦੇ ਹਾਂ, ਕਮਿਊਟੇਟਰ। ਸੋ ਇਨ ਇਲੈਕਟ੍ਰਿਕ ਮੋਟਰ ਸਪਲਿਟ ਰਿੰਗਸ ਵਰ ਦ ਕਮਿਊਟੇਟਰਸ। ਹੁਣ ਇਨ ਦਿਸ ਕੇਸ ਆਪਾਂ ਕੀ ਹੈ, ਸਪਲਿਟ ਰਿੰਗਸ ਨਹੀਂ ਲੈ ਰਹੇ, ਫੁਲੀ ਕੰਪਲੀਟ ਰਿੰਗਸ ਲੈ ਰਹੇ ਹਾਂ। ਔਰ ਮਟੀਰੀਅਲ ਮੈਂ ਕੀ ਦੱਸਿਆ ਹੈ, ਦੈਟ ਇਜ਼ ਆਈਦਰ ਕਾਪਰ ਔਰ ਬ੍ਰਾਸ। ਸੋ ਇਹ ਮਟੀਰੀਅਲ ਦੀਆਂ ਬਣੀਆਂ ਹੁੰਦੀਆਂ ਹਨ, ਇਹਦੇ ਵਿੱਚ ਆਪਾਂ ਫੁੱਲ ਰਿੰਗਸ ਯੂਜ਼ ਕਰ ਰਹੇ ਹਾਂ। ਪਲੱਸ ਨਾਲ ਦੀ ਨਾਲ ਮੈਂ ਕਨੈਕਸ਼ਨਸ ਦੀ ਗੱਲ ਕੀਤੀ ਹੈ। ਸੋ ਬ੍ਰਸ਼ਿਜ਼ ਕੀ ਹੈ, ਬ੍ਰਸ਼ਿਜ਼ ਕੀ ਨੇ, ਇਹ ਪ੍ਰੈਸ ਕਰਦੇ ਹਨ ਦੋਨੋਂ ਰਿੰਗਸ ਨੂੰ। ਪਲੱਸ ਇਹਨਾਂ ਦਾ ਜੋ ਮਟੀਰੀਅਲ ਹੁੰਦਾ ਹੈ ਉਹ ਵੀ ਕੀ ਹੁੰਦਾ ਹੈ, ਕਾਪਰ ਹੁੰਦਾ ਹੈ। ਐਕਚੁਅਲੀ ਆਪਾਂ ਇੱਥੇ ਯੂਜ਼ ਕਿਉਂ ਕਰਦੇ ਹਾਂ, ਟੂ ਕੰਪਲੀਟ ਦ ਕਨੈਕਸ਼ਨ, ਸੋ ਦੈਟ ਜਿਹੜੀ ਆਪਣੀ ਆਰਮ ਹੈ ਉਹ ਕੀ ਹੈ, that may join to the galvanometer। ਸੋ ਆਪਾਂ ਨੂੰ ਜਿਹੜਾ ਐਕਸਟਰਨਲ ਸਰਕਟ ਦੇ ਵਿੱਚ ਹੈ ਕਰੰਟ ਦੀ ਵੈਲਿਊ ਨੂੰ ਆਪਾਂ ਨੋਟ ਕਰ ਸਕੀਏ ਕਿ ਕਰੰਟ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਹੈ। ਸੋ ਜਸਟ ਟੂ ਕੰਪਲੀਟ ਦ ਕਨੈਕਸ਼ਨਸ। ਪਲੱਸ ਕਾਰਬਨ ਮਟੀਰੀਅਲ ਕਿਉਂ ਹੁੰਦਾ ਹੈ, ਬਿਕੋਜ਼ ਇਹਦੀ ਕੰਡਕਟਿਵਿਟੀ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ, ਕੰਡਕਟਿਵਿਟੀ ਉਹਦੀ ਅੱਛੀ ਹੁੰਦੀ ਹੈ। ਸੋ ਇਹ ਕੀ ਹੁੰਦੀਆਂ ਹਨ, ਕਾਰਬਨ ਬ੍ਰਸ਼ਿਜ਼। ਸੋ ਇਹ ਸਾਈਡਸ 'ਤੇ ਆਪਾਂ ਯੂਜ਼ ਕਰਦੇ ਹਾਂ ਸੋ ਦੈਟ ਦੇ ਮੇ ਪ੍ਰੈਸ ਅਗੇਂਸਟ ਦ ਰਿੰਗਸ। ਸੋ ਇਹ ਰਿੰਗਸ ਨੂੰ ਕੀ ਕਰਦੀਆਂ ਹਨ, ਪ੍ਰੈਸ ਕਰਦੀਆਂ ਹਨ। ਹੋਰ ਨਾਲ ਦੀ ਨਾਲ ਰਿੰਗਸ ਦੀ ਗੱਲਬਾਤ ਆਪਾਂ ਕੀਤੀ ਸੀ ਇਲੈਕਟ੍ਰਿਕ ਮੋਟਰ ਦੇ ਕੇਸ ਦੇ ਵਿੱਚ, ਦੈਟ ਜੋ ਇੰਟਰਨਲ ਪਾਰਟ ਹੈ ਰਿੰਗਸ ਦਾ ਉਹ ਕੀ ਹੁੰਦਾ ਹੈ, ਮੀਨਸ ਜੋ ਇੰਟਰਨਲ ਸਾਈਡਸ ਹੁੰਦੀਆਂ ਹਨ, ਇੰਟਰਨਲ ਐਜਸ ਹਨ, ਉਹ ਇਨਸੂਲੇਟਡ ਹੁੰਦੀਆਂ ਹਨ। ਸੋ ਜੋ ਐਕਸਲ ਦੇ ਨਾਲ ਟੱਚ ਕਰ ਰਿਹਾ ਹੈ ਪਾਰਟ, ਦੈਟ ਇਜ਼ ਇਨਸੂਲੇਟਡ। ਲੇਕਿਨ ਜੋ ਬਾਹਰ ਵਾਲਾ ਪਾਰਟ ਹੈ ਉਹ ਕੀ ਹੈ, ਕੰਡਕਟਿੰਗ ਹੈ। ਸੋ ਰਿੰਗ ਦੇ ਦੋਨੋਂ ਰਿੰਗਸ ਦੇ ਜੋ ਬਾਹਰ ਵਾਲਾ ਪੋਰਸ਼ਨ ਹੈ ਉਹ ਕੀ ਹੈ, ਕੰਡਕਟਿੰਗ ਹੈ। ਨਾਲ ਦੀ ਨਾਲ ਜੋ ਬ੍ਰਸ਼ਿਜ਼ ਹਨ B1 B2 ਉਹ ਸਟੇਸ਼ਨਰੀ ਹਨ, ਮੂਵ ਨਹੀਂ ਕਰਨਗੇ, ਲੇਕਿਨ ਉਹ ਵੀ ਕੀ ਹਨ, ਕੰਡਕਟਿੰਗ ਹਨ। ਸੋ ਇਹ ਸਾਰੀ ਚੀਜ਼ ਦੇ ਵਿੱਚ ਮੂਵ ਕੀ ਕਰ ਸਕਦਾ ਹੈ, ਐਕਸਲ ਮੂਵ ਕਰੇਗਾ, ਬਿਕੋਜ਼ ਜੋ ਆਰਮਸ ਹਨ ਕੋਇਲ ਦੀਆਂ ਉਹ ਵੀ ਆਪਾਂ ਰਿੰਗਸ ਨੂੰ ਜੁਆਇਨ ਕੀਤੀਆਂ ਹੋਈਆਂ ਹਨ ਔਰ ਰਿੰਗਸ ਟੱਚ ਕਰ ਰਿਹਾ ਹੈ ਐਕਸਲ ਨੂੰ। ਸੋ ਐਕਸਲ ਮੂਵ ਕਰੇਗਾ, ਰਿੰਗਸ ਮੂਵ ਕਰਨਗੀਆਂ, ਨਾਲ ਦੀ ਨਾਲ ਕੀ ਹੈ ਆਪਣੀ ਕੋਇਲ ਵੀ ਮੂਵ ਕਰੇਗੀ, ਲੇਕਿਨ ਸਿਰਫ ਬ੍ਰਸ਼ਿਜ਼ ਕੀ ਹਨ ਉਹ ਆਪਣੇ ਸਟੇਸ਼ਨਰੀ ਰਹਿਣਗੇ। ਸੋ ਇਸ ਤੋਂ ਬਾਅਦ ਐਂਡ ਤੇ ਆਪਾਂ ਗੈਲਵੈਨੋਮੀਟਰ ਅਟੈਚ ਕੀਤਾ ਹੈ। ਸੋ ਗੈਲਵੈਨੋਮੀਟਰ ਕਿਸ ਚੀਜ਼ ਲਈ, ਸੋ ਦੈਟ ਆਪਾਂ ਡਿਟੈਕਟ ਕਰ ਸਕੀਏ ਕਿ ਸਰਕਟ ਦੇ ਵਿੱਚ ਕੋਈ ਕਰੰਟ ਫਲੋ ਕਰ ਰਿਹਾ ਹੈ ਜਾਂ ਫਿਰ ਨਹੀਂ ਕਰ ਰਿਹਾ ਹੈ। ਦੈਨ ਹੁਣ ਉਸ ਤੋਂ ਬਾਅਦ ਦੁਬਾਰਾ ਅਗਰ ਇਹੀ ਲਾਈਨ ਪੜ੍ਹੀਏ ਦੈਨ ਇਹ ਲਾਈਨ ਪੜ੍ਹ ਕੇ ਆਪਾਂ ਨੂੰ ਫਿਰ ਤੋਂ ਕਲੀਅਰ ਹੋਏਗਾ ਕਿ ਸਟਾਰਟਿੰਗ ਤੋਂ ਆਪਾਂ ਹੁਣ ਕੀ ਗੱਲ ਕਰਾਂਗੇ, ਦੈਟ ਮਕੈਨੀਕਲ ਐਨਰਜੀ ਇਜ਼ ਯੂਜ਼ਡ ਟੂ ਮੂਵ ਦ ਕੰਡਕਟਰ। ਸੋ ਇਸ ਕੇਸ ਦੇ ਵਿੱਚ ਆਪਣੇ ਕੋਲ ਕੰਡਕਟਰ ਕੀ ਹੈ, ਕੋਇਲ ਹੈ। ਸੋ ਕੋਇਲ ਵੀ ਕਿਸ ਚੀਜ਼ ਦੀ ਬਣੀ ਹੈ, ਦੈਟ ਇਜ਼ ਇਨਸੂਲੇਟਡ ਕਾਪਰ ਵਾਇਰ। ਸੋ ਆਪਾਂ ਹੁਣ ਰੋਟੇਟ ਕਰਵਾਵਾਂਗੇ ਕਿਸ ਨੂੰ, ਐਕਸਲ ਨੂੰ। ਸੋ ਯੂਜ਼ਿੰਗ ਸਮ ਐਕਸਟਰਨਲ ਸੋਰਸ, ਸੋ ਆਪਾਂ ਬਾਹਰੋਂ ਕੀ ਹੈ ਕੋਈ ਐਨਰਜੀ ਸਪਲਾਈ ਕੀਤੀ। ਸੋ ਮਕੈਨੀਕਲ ਐਨਰਜੀ ਯੂਜ਼ ਕਰਦੇ ਹੋਏ ਵੀ ਵਿਲ ਰੋਟੇਟ ਦ ਐਕਸਲ। ਸੋ ਆਪਾਂ ਐਕਸਲ ਨੂੰ ਰੋਟੇਟ ਕਰਵਾਉਣਾ ਸਟਾਰਟ ਕੀਤਾ। ਜਦ ਐਕਸਲ ਰੋਟੇਟ ਹੋਏਗਾ ਨਾਲ ਦੀ ਨਾਲ ਜੋ ਉੱਪਰ ਰਿੰਗਸ ਪ੍ਰੈਜ਼ੈਂਟ ਹਨ, ਬਿਕੋਜ਼ ਉਹ ਕੀ ਹੈ ਕੰਟੈਕਟ ਦੇ ਵਿੱਚ ਹਨ, ਦੋਨੋਂ ਰਿੰਗਸ ਵੀ ਕੀ ਹੈ ਮੂਵ ਕਰਨਾ ਸ਼ੁਰੂ ਕਰਨਗੀਆਂ। ਸੋ ਰਿੰਗਸ ਵੀ ਮੂਵ ਕਰਨਗੀਆਂ ਬਿਕੋਜ਼ ਰਿੰਗਸ ਦੇ ਨਾਲ ਹੀ ਆਪਣੀਆਂ ਕੋਇਲ ਦੇ ਦੋਨੋਂ ਐਂਡਸ ਵੀ ਜੁਆਇੰਟ ਨੇ। ਸੋ ਉਹਦੇ ਕਰਕੇ ਕੀ ਹੈ ਜੋ ਆਪਣੀ ਕੋਇਲ ਹੈ ABCD ਉਹਦੇ ਵਿੱਚ ਵੀ ਮੂਵਮੈਂਟ ਆਏਗੀ। ਸੋ ਮੂਵਮੈਂਟ ਕਿਸ ਤਰ੍ਹਾਂ ਦੀ ਆਏਗੀ, ਸੋ ਲੈਟ ਅਸ ਸਪੋਜ਼ ਕਿ ਫਰਸਟਲੀ ਜੋ AB ਕੋਇਲ ਹੈ ਇਹਨੂੰ ਆਪਾਂ ਮੂਵ ਕਰਵਾ ਰਹੇ ਹਾਂ ਸੱਚ ਦੈਟ ਇਟ ਇਜ਼ ਗੋਇੰਗ ਅਪਵਰਡਸ।
प्लस एक गल होर कि इत्थे जो मैगनैटिक फील्ड की डायरैक्शन है प्लस जो ये आम ABCD है दे आर परपेंडिकुलर टू ईच अदर, जिवें कि आप इलैक्ट्रिक मोटर विच भी गल कीती सी। सो आप हुण इहनूं इस तरह मूव करवा रहे हैं सो दैट जो आम AB है वो ऊपर वाल मूव कर रही है और जो आम CD है वो की है नीचे वाल मूव कर रही है। जिस तरह अगर एक आम AB एक आम CD है देन इस तरह मूवमेंट स्टार्ट होएगी। सो AB ऊपर वाल और CD नीचे वाल जाएगा। सो AB अपवर्ड्स एंड CD डाउनवर्ड्स, या फिर आप इस तरह भी बोल सकते हैं कि जो एक्सल नूं आप रोटेट करवा रहे हैं दैट इज इन द क्लॉकवाइज डायरेक्शन। सो रोटेशन इज इन clockwise direction। सो तुसीं सामने तो देखोगे तो इदा अपीयर होएगा कि जो एक्सल है इस तरह रोटेट हो रहा है इन द क्लॉकवाइज डायरेक्शन। सो दैट इज़ वाई जो आर्म AB है ऊपर मूव कर रही है और जो आर्म CD है वो की है नीचे वाली डायरेक्शन वाल मूव कर रही है। इस तो बाद आप फाइंड आउट करना है द डायरेक्शन ऑफ इंड्यूस्ड करंट। जिवें कि आपां नूं पता है मैगनैटिक फील्ड 'च आपां कंडक्टर रखिया ਉਹਨੂੰ मूव करवाया, मूव करवाने ਦੇ ਨਾਲ ਕੀ ਹੈ ਉਹਦੇ ਵਿੱਚ करंट इंड्यूस होएगा। सो लेट अस फाइंड द डायरेक्शन ਦੇ ਲਈ ਆਪਾਂ यूज़ करांगे फ्लेमिंग्स राइट हैंड रूल। सो अकॉर्डिंग टू फ्लेमिंग्स राइट हैंड रूल सब तो पहले द डायरेक्शन ऑफ मैगनैटिक फील्ड की है फ्रॉम द नॉर्थ टूवर्ड्स द साउथ। सो आप स्ट्रेच करिए तीनों फिंगर्स नॉर्थ टू साउथ। फर्स्ट फिंगर पॉइंट करेगी इन द डायरेक्शन ऑफ मैगनैटिक फील्ड। सो एक ही है फर्स्ट फिंगर पॉइंटिंग इन द डायरेक्शन ऑफ मैगनैटिक फील्ड। हुण सेकेंड चीज़ की है AB। सो मोशन ऑफ कंडक्टर। सो इन केस ऑफ AB आर्म मोशन ऑफ कंडक्टर की है दैट इज़ अपवर्ड्स। सो अपवर्ड के केस दे विच सो जो थंब है वो हमेशा की शो करता है डायरेक्शन ऑफ मोशन ऑफ कंडक्टर। सो AB सो दैट इज़ वाई AB ऊपर वाल जा रही है देन थंब नूं किधर वाल पॉइंट करवावांगे आपां अपवर्ड डायरेक्शन दे वाल। अपवर्ड डायरेक्शन दे वाल पॉइंट करवाइए देन जो अपने कोल मिडल फिंगर आएगी वो किधर वाल पॉइंट करेगी। सो इनवर्ड्स मीनस इनटू द प्लेन या फिर इनटू द बोर्ड। सो ये जो अपने को डायरेक्शन ऑफ इंड्यूस्ड करंट आ रही है वो किस तरह आ रही है दैट इज़ फ्रॉम A टू B। सो एक्चुअल दे विच कॉयल अपने को की है इस तरह है। सो इस तरह कॉयल पई है। सो A टू B की है करंट मूव करेगा। सो जो करंट प्रोड्यूस होया है इंड्यूस्ड करंट। सो दैट इज़ वाई इतने करंट की डायरेक्शन में मैंशन कर रही हाँ फ्रॉम A टू B अकॉर्डिंग टू फ्लेमिंग्स राइट हैंड रूल। देन CD की गल करिए इन आर्म CD अगेन आप सेम रूल अप्लाई करना है। अकॉर्डिंग टू दैट नॉर्थ टू साउथ मैगनैटिक फील्ड की डायरेक्शन सेम है। सो फर्स्ट फिंगर नू पॉइंट करवाया नॉर्थ टू साउथ। देन मोशन ऑफ कंडक्टर C टू D CD मीन्स नीचे वाल मूव कर रहा है। डायरेक्शन ऑफ इंड्यूस करंट आप फाइंड आउट करनी है। आप यूज़ की करांगे विच मोशन ऑफ कंडक्टर AB ऊपर वाल जा रही सी और CD आर्म की है नीचे वाल जा रही है। सो मैगनैटिक फील्ड की डायरेक्शन थंब नूं किधर वाल पॉइंट करवाइए इन द डाउनवर्ड डायरेक्शन। सो अगर इन्हों डाउनवर्ड डायरेक्शन वाल पॉइंट करवाइए सो मैगनैटिक फील्ड की डायरेक्शन मोशन ऑफ कंडक्टर नीचे वाल और जो अपने को मिडल फिंगर आएगी वो किधर पॉइंट कर रही है आउट ऑफ द प्लेन या फिर आउट ऑफ द ब्लैक बोर्ड। हुण बिकॉज CD अपने को की है सिमिलरली इस तरह प्लेस की है आप। सो डायरेक्शन ऑफ इंड्यूस करंट की हो जाएगी फ्रॉम C टू D। सो दैट इज़ वाई आप CD दे विच डायरेक्शन मैंशन करांगे फ्रॉम C टू D। सो ये गल होगी अपने को करंट दी इन बोथ आर्म्स AB एंड CD। देन हुण CD तो करंट हुंदा होया देन अपने को की है पूरा सर्किट कंप्लीट करेगा। सो करंट फ्लो करेगा A टू B B टू C C टू D। देन अगे की है जो एक्सटर्नल सर्किट की गल करिए सो जो आप बाहर ये सर्किट ड्रॉ किया है ये करंट की डायरेक्शन की होएगी। सो इन दैट केस द डायरेक्शन ऑफ करंट विल बी फ्रॉम B टू सो सच दैट B2 ब्रश लिए बोल रही हाँ मैं B2 तो किधर वाल जाएगी B1 वाल। सो इस तरह अपना की है करंट का फ्लो ये हो रहा है। सो इन द एक्सटर्नल सर्किट आप बोलेंगे द डायरेक्शन ऑफ करंट इज फ्रॉम B2 टू B1 इन द एक्सटर्नल सर्किट। सो नाउ हुण आफ्टर हाफ रोटेशन तो बाद की होएगा जो AB है और जो CD है आर्म्स आपस में की हो जाएंगियां इंटरचेंज हो जाएंगियां। सो रोटेशन जब हो रही है सो B1 एंड B2 ब्रशेस दे आर स्टेशनरी अपनी जगह के उपर स्टेशनरी हैं। रिंग्स घूम रही हैं। सो रिंग दे नाल ही अपना की है आर्म्स अटैच्ड हैं। सो मूवमेंट होंदे होंदे की है अपनी AB कॉयल AB जो आर्म है
इस पोजीशन ते और CD पोजीशन CD आर्म है ਉਹ ਕੀ ਹੈ AB वाली पोजीशन ਤੇ ਆ ਜਾਏਗੀ। सो इन दैट केस ਆਪਾਂ ਇਹਨੂੰ ਇਸ ਤਰ੍ਹਾਂ ਸ਼ੋ ਕਰ ਸਕਦੇ ਹਾਂ दैट CD ਇਸ डायरेक्शन ਦੇ ਵਿੱਚ और then in that case ਹੁਣ जो मूवमेंट हो जाएगी, पहले मूवमेंट हो रही सी AB ਦੀ upward CD ਦੀ downward, इस पोजीशन ਤੇ ਜਾ ਕੇ ਹੁਣ CD ਦੀ मूवमेंट की हो जाएगी, it will be in the upward direction, और जो इस आर्म ਦੀ ਗੱਲ ਆਪਾਂ ਕਰ ਰਹੇ ਸੀ AB ਦੀ मूवमेंट की हो जाएगी डाउनवर्ड डायरेक्शन। मूवमेंट चेंज होने ਦੇ ਨਾਲ ਦੀ ਨਾਲ ਹੁਣ जो करंट ਦੀ डायरेक्शन है वो भी की होएगी चेंज। सो जिवें कि ਆਪਾਂ ਪਹਿਲਾਂ ਹੀ रूल अप्लाई ਕੀਤਾ ਸੀ। सो upward डायरेक्शन we know magnetic field, upward direction, then direction of induced current की आएगी अपने को into the plane। so in arm CD अपने को जो direction हो जाएगी that will be from D to C। similarly AB आर्म की गल करिए, सो हुण डाउनवर्ड मूवमेंट हो रही है, पहले हो रही सी अपवर्ड मूवमेंट। सो डाउनवर्ड मूवमेंट के लिए अगेन मैगनेटिक फील्ड की डायरेक्शन नॉर्थ टू साउथ, डाउनवर्ड के लिए आपां नूं थंब की है नीचे वाली डायरेक्शन वाल पॉइंट करना है। सो तिन्नां नूं आपस दे विच परपेंडिकुलर ही रखांगे। सो उहदे नाल अपने कोल जो करंट की डायरेक्शन मिडल फिंगर जो दे रही है इंड्यूस करंट की डायरेक्शन वो की आ जाएगी आउटवर्ड। सो आपां बिकॉज इस तरह प्लेस किया है कॉइल्स नूं, सो B टू A अपने कोल की आएगी डायरेक्शन ऑफ इंड्यूस्ड करंट। सो की होया इदा करते हुए हाफ रोटेशन तो बाद की होया जगह इंटरचेंज हुई। सो AB और CD की है, सो CD इज़ हेयर और AB आर्म की है दूसरी साइड, लेकिन जो रोटेशन है जो पहले डाउनवर्ड डायरेक्शन वाल जा रही सी आर्म वो अपवर्ड वाल जा रही है एंड वाइस वर्सा। उहदे नाल की होया अपने कोल जो करंट की डायरेक्शन सी इंड्यूस करंट की डायरेक्शन सी वो भी चेंज हो गई। सो जो AB दे विच करंट फ्लो कर रहा सी A टू B हुण कर रहा है B टू A। सिमिलरली C टू D करंट फ्लो कर रहा सी हुण फ्लो कर रहा है फ्रॉम D टू C। सो एक्चुअल दे विच पहले सी दैट इज़ A B C D, नाउ इट इज़ D C B A। दैन हुण आपां आईए एक्सटर्नल सर्किट दे उपर। एक्सटर्नल सर्किट दे उपर करंट दा मीनस इत्थे करंट की डायरेक्शन ते की चेंज आएगा। सो जब हाफ रोटेशन कंप्लीट होया, सो AB ने अपनी पोजीशन चेंज की, CD ने अपनी पोजीशन चेंज की। हुण जो AB है वो रिंग R1 दे नाल कनैक्टेड है, सो वो इत्थे पहुँच जाएगा आफ्टर हाफ रोटेशन। सो हाफ रोटेशन तो बाद AB की पोजीशन मीनस जो अपने कोल B1 ब्रश के नाल कनैक्टेड सी ये वायर, ये जो कॉयल है उसकी पोजीशन की हो जाएगी इत्थे। सिमिलरली जो CD है इस तरह डाउनवर्ड मूवमेंट तो बाद की है इत्थे पहुँच जाएगा, और जो इहदा इत्थे कनैक्शन सी वो कित्थे पहुँच जाएगा इस जगह के उपर। सो अगर एक बार शो करना होवे अपने कोल दिस इज एक्सल, सो इफ दिस इज रिंग R1, रिंग R2, ब्रश B1, ब्रश B2, सो जो नीचे वाला पार्ट है वो सेम रहेगा। सो हियर इज गैल्वेनोमीटर, जस्ट ऊपर की है अपने कोल चेंज आ रहा है। सो AB और CD नूं जब आप शो करांगे ऑन दिस साइड, दैन CD दी अपने कोल जो पोजीशन आएगी दैट विल बी इस तरह, और उसी तरह जो अपने को रेक्टेंगुलर कॉइल का पार्ट आ रहा है दिस इज द सेकेंड पार्ट। सो ये अपने को की है CD एंड दिस इज सो AB नूं मैं शो किया है इधर, CD नूं मैं शो किया है इधर, प्लस जो इत्थे अपने को जो एक कनैक्शन सी CD वाला मूव करके इस जगह के उपर आया। सिमिलरली जो ए पॉइंट सी अपने को हाफ रोटेशन तो बाद की है इत्थे आ जाएगा। हुण आपां गल कर रहे सी एक्सटर्नल सर्किट दे विच करंट के उपर की फर्क पएगा। हुण अपने को करंट मूव कर रहा है DCBA, सो DCBA, सो इनू अगर ज्वाइन कर लीए DCBA, दैन इत्थे अपने को करंट की है फर्स्टली किहड़े ब्रश को पहले पहुँच रहा है दैट इज़ द ब्रश B1। सो DCBA बिकॉज दिस इज़ कनैक्टेड टू ब्रश B1, सो B1 के थ्रू हुंदा होया जो अपना फ्लो ऑफ करंट है किस तरह कंप्लीट हो रहा है इन द एक्सटर्नल सर्किट दैट इज़ फ्रॉम B1 टूवर्ड्स B2, B1 टू B2। एक्चुअल दे विच जो पहले की सीगा दैट इज़ B2 टू B1। सो इहदे नाल की होया कि हाफ रोटेशन तो बाद अपनी मूवमेंट करके, सो मूवमेंट भी चेंज हो रही है, आर्म्स की मूवमेंट चेंज हुई,
मूवमेंट चेंज होने ਦੇ ਨਾਲ ਇੰਡਿਊਸ ਕਰੰਟ ਦੀ ਡਾਇਰੈਕਸ਼ਨਸ ਚੇਂਜ ਹੋਈਆਂ, ਡਾਇਰੈਕਸ਼ਨਸ ਚੇਂਜ ਹੋਣ ਦੇ ਨਾਲ ਜੋ ਆਪਣੇ ਕੋਲ ਐਕਸਟਰਨਲ ਸਰਕਟ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਹੈ ਉਹ ਵੀ ਕੀ ਹੋ ਰਹੀ ਹੈ, ਚੇਂਜ ਹੋ ਰਹੀ ਹੈ, ਜੋ ਕਿ ਪਹਿਲੇ ਸੀ ਫਰੋਮ ਬ੍ਰਸ਼ B2 ਟੂ B1। ਸੋ B2 ਟੂ B1 ਇਸ ਸਰਕਟ ਦੇ ਵਿੱਚ। ਸੋ ਆਪਾਂ ਨੂੰ ਵੈਸੇ ਐਗਜ਼ਾਮ ਦੇ ਵਿੱਚ ਇਹ ਡਾਇਗਰਾਮ ਬਣਾਉਣ ਦੀ ਜ਼ਰੂਰਤ ਨਹੀਂ ਹੈ, ਜਸਟ ਕਲੀਅਰ ਕਰਨ ਦੇ ਲਈ ਮੈਂ ਸ਼ੋ ਕੀਤਾ ਹੈ ਕਿ ਐਕਚੁਅਲ ਉਸ ਟਾਈਮ ਤੇ ਪੋਜੀਸ਼ਨ ਕੀ ਹੋਏਗੀ ਦੋਨੋਂ ਆਰਮਸ ਦੀ। ਸੋ ਸੈਕਿੰਡ ਕੇਸ ਦੇ ਵਿੱਚ ਆਪਣੇ ਕੋਲ ਜੋ करंट की डायरेक्शन आ रही है, सो करंट फ्लो करेगा फ्रॉम ब्रश B1 टू ब्रश B2। सो एक्सटर्नल सर्किट दे विच अपने कोल की है करंट की डायरेक्शन चेंज हो रही है। सो सच ए करंट इथों की है एक डेफिनेशन देन जा रही हाँ, सच अ करंट which changes direction after a fixed interval of time, after a fixed interval of time is called alternating current। सो इथों आप डिफाइन किया ऑल्टरनेटिंग करंट बारे। सो फर्स्टली तो आप जो वर्किंग पढ़ रहे थे जनरेटर की जिहदे आप मैकेनिकल एनर्जी नूं यूज़ करवा के करंट लै रहे हाँ। सो करंट लै रहे हाँ, दैट इज़ बीइंग डिटेक्टेड बाय द गैल्वेनोमीटर बिकॉज ये की है डिफ्लैक्शन आ रही है। एक्सटर्नल सर्किट दे विच फर्स्ट हाफ रोटेशन दे विच करंट फ्लो कर रहा सी फ्रॉम B2 टू B1 और सैकेंड हाफ रोटेशन दे विच कर रहा है B1 टू B2। अगेन नेक्स्ट हाफ रोटेशन दे विच करंट फ्लो करेगा B2 टू B1, देन अगेन नेक्स्ट हाफ रोटेशन दे विच B1 टू B2। सो अपने को इलैक्ट्रिकल एनर्जी आ रही है। सो जो बेसिक फंक्शन है वो आप की है स्टडी कर लिया कि मैकेनिकल एनर्जी कन्वर्ट हो रही है इनटू इलैक्ट्रिकल एनर्जी। सो अपने को एक्सटर्नल सर्किट दे विच की है इलैक्ट्रिसिटी आ गई। सो करंट इज़ देयर इन द एक्सटर्नल सर्किट, लेकिन जो अपने को करंट आ रहा है वो डायरेक्शन की है आफ्टर अ फिक्स्ड इंटरवल ऑफ टाइम चेंज हो रही है। सो फिक्स्ड इंटरवल ऑफ टाइम क्यों, लाइक एक हाफ रोटेशन तो बाद करंट की डायरेक्शन चेंज हुई, फिर एक हाफ रोटेशन तो बाद फिर तो चेंज, देन हाफ रोटेशन करते हुए अपने को की है करंट की डायरेक्शन बार बार चेंज हो रही है। सो उस तरह का करंट जिहदे विच डायरेक्शन चेंज हो रही है करंट दी आफ्टर अ फिक्स्ड इंटरवल ऑफ टाइम, उस करंट नूं आपां बोलते हाँ ऑल्टरनेटिंग करंट, या फिर ऑल्टरनेटिंग करंट की जगह डायरेक्टली आपां लिखते हाँ AC। सो AC फॉर ऑल्टरनेटिंग करंट। सो ऑल्टरनेटिंग करंट आपां नूं की इहदे विच प्रोड्यूस हो रहा है, मिल रहा है। सो सच अ डिवाइस जिहदे विच आपां नूं आउटपुट दे विच करंट मिल रहा है लेकिन ऑल्टरनेटिंग है, उस डिवाइस नूं आपां की बोलते हाँ। सो इन दिस केस आपां इस डिवाइस नूं की बोलांगे AC जनरेटर। AC जनरेटर मीनस ऑल्टरनेटिंग करंट जनरेटर बिकॉज आपां नूं आउटपुट दे विच जिहड़ा करंट मिल रहा है वो ऑल्टरनेटिंग करंट है। सो इसी तरह आप DC करंट की भी अगर गल करिए, सो DC करंट की होएगा जिहदे विच करंट की डायरेक्शन चेंज नहीं होएगी। सो DC करंट दे विच करंट विल फ्लो इन ओनली वन डायरेक्शन। सो AC जनरेटर आप की है इहदे विच आपां स्टडी कीता, लेकिन अगर आप DC जनरेटर बनाना होवे, सो DC जनरेटर की कंस्ट्रक्शन दे विच एक चीज़ की होएगी डिफरेंट होएगी। सो DC जनरेटर के केस दे विच जो आप इत्थे यूज़ कीतियां हन रिंग्स R1 और R2। सो ये दो रिंग्स यूज़ करने की बजाय जिस तरह कि आप मोटर दे विच दो स्प्लिट रिंग्स यूज़ कीतियां सी, सिमिलरली आप इहदे विच की करांगे R1 और R2 ने रिप्लेस करके आप स्प्लिट रिंग्स यूज़ करांगे। सिमिलरली उसी तरह दो ब्रशेज होंगे, देन उहदे नाल जो अपने कोल करंट आएगा दैट विल बी यूनीडायरैक्शनल मीनस एक डायरेक्शन दे विच आएगा। सो जिवें आप इलैक्ट्रिक मोटर दे विच गल कीती, उहदे विच जो एक्सटर्नल सर्किट दे विच जो करंट सी उहदी डायरेक्शन की सी बिल्कुल सेम ही सी। सो यूनीडायरैक्शनल सी। उसी तरह जब आप स्प्लिट रिंग्स यूज़ करांगे अपने को जिहड़ा करंट आएगा इन द आउटपुट वो करंट की होएगा यूनीडायरैक्शनल होएगा, और यूनीडायरैक्शनल करंट नूं ही आप की बोलते हाँ डायरैक्ट करंट। दैन उस केस दे विच आप जनरेटर नूं जो नाम देवांगे वो की होएगा DC जनरेटर। सो दो जनरेटर्स इहदे विच की है कैटेगराइज हो गए, एक तो होएगा AC जनरेटर, एक की है DC जनरेटर। सो AC जनरेटर जिहदे विच आपां नूं आउटपुट दे विच ऑल्टरनेटिंग करंट मिल रहा है। इन केस अगर आप ऑल्टरनेटिंग करंट की जगह वी वॉन्ट डायरैक्ट करंट के लिए आपको कंस्ट्रक्शन दे विच की चेंज लियाना पएगा। सो आपको रिप्लेस करनियां पैणगियां दोनों रिंग्स R1 और R2। सो इत्थे आप सिमिलरली बिल्कुल सेम कंस्ट्रक्शन आएगी इलैक्ट्रिक मोटर वाली।
ਸੋ ਨੋ ਡਾਊਟ ਵਰਕਿੰਗ ਡਿਫਰੈਂਟ ਹੈ, ਕੰਸਟਰਕਸ਼ਨ ਸੇਮ ਹੋਏਗੀ, 2 ਸਪਲਿਟ ਰਿੰਗਸ ਆਣਗੀਆਂ। ਸੋ ਇਨ ਦੈਟ ਕੇਸ ਆਪਣੇ ਕੋਲ ਜਿਹੜਾ ਕਰੰਟ ਆਏਗਾ ਬਿਲਕੁਲ ਸੇਮ ਉਸੇ ਤਰ੍ਹਾਂ ਜਿਵੇਂ ਮੋਟਰ ਦੇ ਵਿੱਚ ਆਪਾਂ ਪੜਿਆ, ਦੈਟ ਵਿਲ ਬੀ ਯੂਨੀਡਾਇਰੈਕਸ਼ਨਲ। ਯੂਨੀਡਾਇਰੈਕਸ਼ਨਲ ਨੂੰ ਹੀ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਡਾਇਰੈਕਟ ਕਰੰਟ। ਸੋ ਡਾਇਰੈਕਟ ਕਰੰਟ ਦੀ ਵਜ੍ਹਾ ਨਾਲ ਆਪਾਂ ਜੋ ਜਨਰੇਟਰ ਦਾ ਨਾਮ ਲਵਾਂਗੇ ਉਹ ਕੀ ਹੋਏਗਾ, ਦੈਟ ਵਿਲ ਬੀ ਦਾ ਡਾਇਰੈਕਟ ਕਰੰਟ ਜਨਰੇਟਰ ਜਾਂ ਫਿਰ ਡੀਸੀ ਜਨਰੇਟਰ। ਸੋ ਆਪਾਂ ਜਨਰੇਟਰ ਦੀ ਗੱਲ ਕਰਦੇ ਕਰਦੇ ਕਰੰਟਸ ਦੀ ਗੱਲ ਕੀਤੀ, ਦੈਟ ਇਜ਼ 2 ਤਰ੍ਹਾਂ ਦੇ ਕਰੰਟਸ ਆਪਾਂ ਦੇਖੇ ਆ, ਦੈਟ ਇਜ਼ ਇਲੈਕਟ੍ਰਿਕ ਆਲਟਰਨੇਟਿੰਗ ਕਰੰਟ ਐਂਡ ਡੀਸੀ ਕਰੰਟ। ਸੋ ਇਹਦੀ ਥੋੜੀ ਜਿਹੀ ਹੋਰ ਗੱਲਬਾਤ ਕਰੀਏ। ਇਹ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰ ਮੈਂ ਇਹਨੂੰ ਥੋੜਾ ਸਮਰਾਈਜ਼ ਕਰਨਾ ਚਾਹਾਂਗੀ। ਸੋ ਇਲੈਕਟ੍ਰਿਕ ਜਨਰੇਟਰ ਦੇ ਵਿੱਚ ਸਟਾਰਟਿੰਗ ਤੋਂ ਜੋ ਕੰਸਟਰਕਸ਼ਨ ਲੈ ਕੇ ਆਪਾਂ ਚੱਲੇ, ਸੋ ਕੰਸਟਰਕਸ਼ਨ 'ਚ ਆਪਾਂ ਇਹੀ ਚੀਜ਼ ਸ਼ੁਰੂ ਤੋਂ ਮੰਨ ਕੇ ਚੱਲੇ ਹਾਂ ਕਿ ਮਕੈਨੀਕਲ ਐਨਰਜੀ ਨੂੰ ਆਪਾਂ ਯੂਜ਼ ਕਰ ਰਹੇ ਹਾਂ ਟੂ ਮੂਵ ਦਾ ਕੰਡਕਟਰ ਇਨ ਦਾ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ, ਸੋ ਦੈਟ ਉਹਦੇ ਵਿੱਚ ਕੀ ਹੈ, ਇੰਡਿਊਸ ਕਰੰਟ ਆਪਣਾ ਪ੍ਰੋਡਿਊਸ ਹੋ ਸਕੇ। ਸੋ ਇੰਡਿਊਸ ਕਰੰਟ ਪ੍ਰੋਡਿਊਸ ਕਰਨ ਦੇ ਲਈ ਆਪਾਂ ਇਹਦੇ ਵਿੱਚ ਕੀ ਯੂਜ਼ ਕੀਤਾ, ਸੋ ਉਹਦੀ ਡਾਇਰੈਕਸ਼ਨ ਫਾਈਂਡ ਆਊਟ ਕਰਨ ਦੇ ਲਈ ਆਪਾਂ ਯੂਜ਼ ਕੀਤਾ ਫਲੈਮਿੰਗਸ ਰਾਈਟ ਹੈਂਡ ਰੂਲ। ਸੋ ਕੰਸਟਰਕਸ਼ਨ ਜਸਟ ਇੱਕ ਚੀਜ਼ ਆਪਾਂ ਇਹਦੇ ਵਿੱਚ ਵੇਰੀ ਕੀਤੀ ਅਦਰ ਦੈਨ ਇਨ ਕੇਸ ਆਫ ਇਲੈਕਟ੍ਰਿਕ ਮੋਟਰ, ਦੈਟ ਇਜ਼ these rings। ਸੋ ਆਪਾਂ ਸਪਲਿਟ ਰਿੰਗਸ ਨਾ ਯੂਜ਼ ਕਰਦੇ ਹੋਏ 2 ਰਿੰਗਸ ਅਲੱਗ-ਅਲੱਗ ਯੂਜ਼ ਕੀਤੀਆਂ ਹਨ, R1 ਔਰ R2 ਔਰ B1 ਔਰ B2 ਸੇਮ ਬ੍ਰਸ਼ਸ ਦੋ ਯੂਜ਼ ਕੀਤੇ ਹਨ। ਸੋ ਇਹਦੇ ਵਿੱਚ ਜੋ ਆਪਾਂ ਵਰਕਿੰਗ ਦੀ ਗੱਲ ਕੀਤੀ ਉਹ ਬਿਲਕੁਲ ਆਪੋਜ਼ਿਟ ਸੀ ਟੂ ਦੈਟ ਆਫ ਇਲੈਕਟ੍ਰਿਕ ਮੋਟਰ। ਇਨ ਦਿਸ ਕੇਸ ਆਪਾਂ ਰੋਟੇਸ਼ਨ ਕਰਵਾ ਰਹੇ ਹਾਂ, ਰੋਟੇਸ਼ਨ ਕਰਵਾ ਕੇ ਆਪਾਂ ਡਾਇਰੈਕਸ਼ਨ ਆਫ ਇੰਡਿਊਸ ਕਰੰਟ ਕੀ ਹੈ ਫਾਈਂਡ ਆਊਟ ਕਰਾਂਗੇ। ਸੋ ਇਹਦੇ ਵਿੱਚ ਆਪਾਂ ਕੀ ਕੀਤਾ, ਸੋ ਇੱਕ ਹਾਫ ਰੋਟੇਸ਼ਨ ਦੀ ਗੱਲ ਕਰੀਏ ਜਲਦੀ। ਸੋ ਇੱਕ ਹਾਫ ਰੋਟੇਸ਼ਨ ਦੇ ਵਿੱਚ ਕੀ ਹੋਇਆ, ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਕੋਇਲ ਨੂੰ ਰੱਖ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਐਕਸਲ ਨੂੰ ਰੋਟੇਟ ਕਰਵਾਇਆ। AB ਆਰਮ ਕੀ ਹੈ ਅਪਵਰਡ ਡਾਇਰੈਕਸ਼ਨ ਵੱਲ ਮੂਵ ਹੋਈ, CD ਆਰਮ ਕੀ ਹੈ ਡਾਊਨਵਰਡ ਡਾਇਰੈਕਸ਼ਨ ਵੱਲ ਮੂਵ ਹੋਈ। ਦੈਨ ਦੋਨਾਂ ਤੇ ਆਪਾਂ ਕੀ ਹੈ ਫਲੈਮਿੰਗਸ ਰਾਈਟ ਹੈਂਡ ਰੂਲ ਅਪਲਾਈ ਕਰਕੇ ਡਾਇਰੈਕਸ਼ਨ ਚੈੱਕ ਕੀਤੀ ਆਫ ਇੰਡਿਊਸਡ ਕਰੰਟ। ਸੋ ਆਪਣੇ ਕੋਲ ਡਾਇਰੈਕਸ਼ਨ ਆ ਰਹੀ ਸੀ ਫਰੋਮ A to B, ਫਰੋਮ C to D ਐਂਡ ਇਨ ਦਾ ਐਕਸਟਰਨਲ ਸਰਕਟ ਡਾਇਰੈਕਸ਼ਨ ਆ ਰਹੀ ਸੀ B2 to B1। ਨੈਕਸਟ ਹਾਫ ਰੋਟੇਸ਼ਨ ਦੇ ਵਿੱਚ ਕੀ ਹੋਇਆ, जो मूवमेंट सी आर्म्स दी CD और AB वो की होगी इंटरचेंज। सो इन दैट केस अपने को जो CD है वो मूव करेगी इन द अपवर्ड डायरेक्शन, AB इन द डाउनवर्ड डायरेक्शन। ड्यू टू द चेंज इन द मूवमेंट ਉਹਦੇ ਨਾਲ ਕੀ ਹੈ इंड्यूस करंट ਦੀ डायरेक्शन भी चेंज हुई जो कि मैं ਇੱਥੇ शो ਕੀਤੀ है D to C then B to A। then ਉਹਦੇ ਨਾਲ ਕੀ ਹੋਇਆ इंड्यूस करंट ਦੀ डायरेक्शन चेंज ਹੋਣ ਦੇ ਨਾਲ, ਸੋ ਇੱਥੇ ਮੈਂ ਡਾਇਗਰਾਮ ਦੇ ਥਰੂ ਵੀ ਸਮਝਾਇਆ ਹੈ ਕਿ ਦੈਟ ਜੋ ਐਕਸਟਰਨਲ ਸਰਕਟ ਦੇ ਵਿੱਚ ਆਪਣੇ ਕੋਲ ਕਰੰਟ ਦੀ ਡਾਇਰੈਕਸ਼ਨ ਹੋਏਗੀ ਬਿਕੋਜ਼ DCBA। ਸੋ ਆਪਣੇ ਕੋਲ ਕਰੰਟ ਫਲੋ ਕਰ ਰਿਹਾ ਹੈ ਫਰੋਮ ਬ੍ਰਸ਼ B1 ਟੂ ਬ੍ਰਸ਼ B2। ਸੋ ਇਨ ਦਾ ਆਊਟਪੁੱਟ ਵੀ ਆਰ ਹੈਵਿੰਗ ਕਰੰਟ। ਸੋ ਆਪਣੇ ਕੋਲ ਕੀ ਹੈ, ਕਰੰਟ ਆ ਰਿਹਾ ਹੈ, ਆਪਣੇ ਕੋਲ ਮਕੈਨੀਕਲ એનર્ਜੀ ਨੂੰ ਆਪਾਂ ਕਨਵਰਟ ਕਰਵਾ ਰਹੇ ਹਾਂ ਇਨਟੂ ਦਾ ਕਰੰਟ। ਲੇਕਿਨ ਇੱਥੋਂ ਆਪਾਂ ਇੱਕ ਹੋਰ ਗੱਲ ਸ਼ੁਰੂ ਕੀਤੀ ਦੈਟ ਜੋ ਕਰੰਟ ਆ ਰਿਹਾ ਹੈ ਉਹ ਆਪਣੀ ਡਾਇਰੈਕਸ਼ਨ ਚੇਂਜ ਕਰ ਰਿਹਾ ਹੈ ਆਫਟਰ ਫਿਕਸਡ ਇੰਟਰਵਲ ਆਫ ਟਾਈਮ। ਸੋ ਫਿਕਸਡ ਇੰਟਰਵਲ ਆਫ ਟਾਈਮ ਤੋਂ ਬਾਅਦ ਜੋ ਕਰੰਟ ਆਪਣੀ ਡਾਇਰੈਕਸ਼ਨ ਚੇਂਜ ਕਰੇ ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਆਲਟਰਨੇਟਿੰਗ ਕਰੰਟ ਜਾਂ ਫਿਰ ਸਿੰਪਲੀ ਆਪਾਂ ਉਹਨੂੰ AC ਬੋਲਦੇ ਹਾਂ। ਸੋ ਇਨ ਕੇਸ ਅਗਰ ਜਨਰੇਟਰ ਦੇ ਵਿੱਚ ਆਪਣੇ ਕੋਲ ਜੋ ਕਰੰਟ ਆ ਰਿਹਾ ਹੈ ਆਊਟਪੁੱਟ ਦੇ ਵਿੱਚ ਉਹ ਆਲਟਰਨੇਟਿੰਗ ਹੈ, ਦੈਨ ਜਨਰੇਟਰ ਇਜ਼ ਕਾਲਡ AC ਜਨਰੇਟਰ। ਸੈਕਿੰਡ ਗੱਲ ਕੀਤੀ ਆਪਾਂ ਡਾਇਰੈਕਟ ਕਰੰਟ ਦੀ। ਸੋ ਡਾਇਰੈਕਟ ਕਰੰਟ ਕੀ ਹੋਏਗਾ ਜਿਹਦੇ ਵਿੱਚ करंट ਦੀ डायरेक्शन की है बिल्कुल सेम रहे। सो डायरेक्ट करंट मीनस द करंट फ्लोज इन ओनली वन डायरेक्शन या फिर आप ਉਹਨੂੰ ਕੀ ਹੈ यूनिडायरेक्शनल करंट भी बोलते हैं। सो इन केस जनरेटर की आउटपुट ਦੇ ਵਿੱਚ ਆਪਣੇ ਕੋਲ डायरेक्ट करंट आ रहा है दैन आप डिवाइस ਨੂੰ ਕੀ ਨਾਮ ਦੇਵਾਂਗੇ, डिवाइस विल बी कॉल्ड DC जनरेटर। सो इस तरह जो ਅੱਜ ਆਪਾਂ ਗੱਲਬਾਤ ਕੀਤੀ ਉਹ ਸੀ ਸਾਰੀ ਇਲੈਕਟ੍ਰਿਕ ਜਨਰੇਟਰ ਦੇ ਬਾਰੇ। ਸੋ ਜਨਰੇਟਰ ਦੇ ਵਿੱਚ ਆਪਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਫਿਨੋਮੀਨਾ ਯੂਜ਼ ਕਰਕੇ ਦੇਖਿਆ ਕਿ ਉਹਦੇ ਨਾਲ ਇਲੈਕਟ੍ਰਿਕ ਜਨਰੇਟਰ ਦੀ ਵਰਕਿੰਗ ਕਿਸ ਤਰ੍ਹਾਂ ਹੋ ਰਹੀ ਹੈ ਔਰ ਆਪਣੇ ਕੋਲ ਜੋ ਇੰਡਿਊਸਡ ਕਰੰਟ ਆ ਰਿਹਾ ਹੈ ਉਹ ਕਿਸ ਤਰ੍ਹਾਂ ਦਾ ਆ ਰਿਹਾ ਹੈ। ਸੋ ਕਰੰਟ ਦੇ ਬੇਸਿਸ ਦੇ ਉੱਪਰ ਹੀ ਆਪਾਂ ਜਨਰੇਟਰ ਨੂੰ ਵੀ 2 ਟਾਈਪਸ 'ਚ ਪੜ੍ਹਿਆ, ਦੈਟ ਇਜ਼ AC ਜਨਰੇਟਰ ਔਰ DC ਜਨਰੇਟਰ। ਪਲੱਸ ਨਾਲ ਦੀ ਨਾਲ ਆਪਾਂ ਦੇਖਿਆ ਕਿ AC ਜਨਰੇਟਰ ਔਰ DC ਜਨਰੇਟਰ ਦਾ ਮਤਲਬ ਡਿਫਰੈਂਸ ਕੀ ਹੈ ਜਾਂ ਫਿਰ AC ਔਰ DC ਦੇ ਵਿੱਚ ਕੀ ਡਿਫਰੈਂਸ ਹੈ। ਸੋ ਇਹਦੇ ਨਾਲ ਹੀ ਆਪਾਂ ਜੋ ਆਪਣੀ ਅੱਜ ਦੀ ਗੱਲਬਾਤ ਹੈ ਉਹਨੂੰ ਇੱਥੇ ਹੀ ਖਤਮ ਕਰਾਂਗੇ। ਨੈਕਸਟ ਟੌਪਿਕ ਆਪਣਾ ਨੈਕਸਟ ਲੈਕਚਰ ਦੇ ਵਿੱਚ ਕੰਟੀਨਿਊ ਕਰਾਂਗੇ। ਸੋ ਅੱਜ ਲਈ ਇੰਨਾ ਹੀ, ਥੈਂਕ ਯੂ।